Hello students, I'm again here with a new topic for you that is conjunction। हेलो प्यारे बच्चों, एक बार फिर तो हाजिर हाँ ਤੁਹਾਡੇ ਲਈ ਇੱਕ ਨਵਾਂ ਟੌਪਿਕ ਲੈ ਕੇ ਜੋ ਕਿ ਹੈ ਕੰਜੰਕਸ਼ਨ ਮੀਨਸ ਯੋਜਕ। ਸੋ ਲੈਟਸ ਰੀਡ ਵਟ ਇਜ਼ ਕੰਜੰਕਸ਼ਨ। ਯੋਜਕ ਕੀ ਹੁੰਦਾ ਹੈ? Conjunction is a word that join words, clauses or sentences। ਦੋ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਨੂੰ ਇੱਕ ਦੂਜੇ ਦੇ ਨਾਲ ਜੋੜਨ ਵਾਲੇ ਸ਼ਬਦ ਨੂੰ ਅਸੀਂ ਕੀ ਕਹਿੰਦੇ ਹਾਂ? ਕੰਜੰਕਸ਼ਨ। ਸੋ ਲੈਟਸ ਰੀਡ ਹਾਊ ਕੰਜੰਕਸ਼ਨ ਜੁਆਇਨ ਵਰਡਸ। ਤਾਂ ਦੇਖਦੇ ਹਾਂ ਕਿ ਕੰਜੰਕਸ਼ਨਸ ਜੋ ਹੁੰਦੀਆਂ ਹਨ ਉਹ ਦੋ ਸ਼ਬਦਾਂ ਨੂੰ ਕਿਸ ਤਰ੍ਹਾਂ ਜੋੜਦੀਆਂ ਹਨ। First of all, read these sentences. The teacher taught Mohan and Abdul. The teacher taught Mohan and Abdul. Here, and is a connector between Mohan and Abdul. ਤਾਂ ਕੀ ਹੈ ਬੱਚਿਓ? ਐਂਡ ਜੋ ਵਰਡ ਹੈ ਉਹ ਮੋਹਨ ਤੇ ਅਬਦੁਲ ਦੋ ਸ਼ਬਦਾਂ ਨੂੰ ਆਪਸ ਦੇ ਵਿੱਚ ਕੀ ਕਰ ਰਿਹਾ ਹੈ? ਜੋੜ ਰਿਹਾ ਹੈ। ਸੋ ਟੇਕ ਨੈਕਸਟ ਐਗਜ਼ਾਮਪਲ। I want some pen or pencil। Here or is a connector between pen and pencil। the pen or pencil nu kehda shabad jod raha hai? Or। so we can say that and or are the examples of conjunctions। So now we will read how conjunctions join sentences। ਤਾਂ conjunctions ਜੋ ਹੁੰਦੀਆਂ ਹਨ ਉਹ ਵਾਕਾਂ ਨੂੰ ਕਿਸ ਤਰ੍ਹਾਂ ਜੋੜਦੀਆਂ ਹਨ। So let's read। He is hard working, he is not intelligent। ਉਹ ਮਿਹਨਤੀ ਹੈ। he is not intelligent। ਉਹ ਹੁਸ਼ਿਆਰ ਨਹੀਂ ਹੈ। ਤਾਂ ਦੇਖੋ ਬੱਚਿਓ ਇੱਥੇ ਕੀ ਹੈ, ਦੋਨੋਂ ਸੈਂਟੈਂਸ ਜੋ ਹਨ ਉਹ ਕੀ ਹੈ? ਅਲੱਗ-ਅਲੱਗ ਸੈਂਟੈਂਸ ਹਨ, ਦੋਨਾਂ ਦਾ ਮੀਨਿੰਗ ਅਲੱਗ-ਅਲੱਗ ਹੈ। ਤਾਂ ਆਪਾਂ ਹੁਣ ਕੀ ਕਰਾਂਗੇ, ਇਹਨਾਂ ਦੋਵਾਂ ਸੈਂਟੈਂਸਿਸ ਨੂੰ ਇੱਕ ਵਰਡ ਦੇ ਨਾਲ ਜੋੜ ਕੇ ਇੱਕੋ ਸੈਂਟੈਂਸ ਬਣਾਵਾਂਗੇ। ਦੇਖੋ, he is hard working but not intelligent। ਤਾਂ ਆਪਾਂ ਕੀ ਕੀਤਾ, ਕਿਹੜਾ ਕਨੈਕਟਰ ਲਗਾਇਆ ਵਿੱਚ? ਬਟ ਵਰਡ ਦੇ ਨਾਲ ਆਪਾਂ ਇਹ ਦੋਨੋਂ ਸੈਂਟੈਂਸਿਸ ਨੂੰ ਕੀ ਕੀਤਾ? ਜੋੜ ਦਿੱਤਾ। he is hard working ਉਹ ਮਿਹਨਤੀ ਹੈ, but not intelligent but ਹੁਸ਼ਿਆਰ ਨਹੀਂ ਹੈ, ਪਰ ਹੁਸ਼ਿਆਰ ਨਹੀਂ ਹੈ। so but is the example of conjunction। in the second sentence, Ram is a good batsman, ਸ਼ਾਮ ਇਜ਼ ਅ ਗੁੱਡ ਬੈਟਸਮੈਨ। ਰਾਮ ਇੱਕ ਚੰਗਾ ਬੈਟਸਮੈਨ ਹੈ, ਸ਼ਾਮ ਇੱਕ ਚੰਗਾ ਬੈਟਸਮੈਨ ਹੈ। ਤਾਂ ਇੱਥੇ ਦੋਨਾਂ ਸੈਂਟੈਂਸਿਸ ਵਿੱਚ ਅਲੱਗ-ਅਲੱਗ ਪਰਸਨ ਦੀ ਗੱਲ ਕੀਤੀ ਗਈ ਹੈ, ਬਟ ਦੋਨਾਂ ਦੀ ਜੋ ਕੁਆਲਿਟੀ ਹੈ ਕਿ ਉਹ ਚੰਗੇ ਬੈਟਸਮੈਨ ਹਨ ਉਹ ਸੇਮ ਹਨ। ਤਾਂ ਦੇਖਦੇ ਹਾਂ ਇਹਨਾਂ ਨੂੰ ਕਿਵੇਂ ਜੋੜਾਂਗੇ। ਰਾਮ ਐਂਡ ਸ਼ਾਮ ਆਰ ਗੁੱਡ ਬੈਟਸਮੈਨ। ਸੋ ਆਪਾਂ ਕੀ ਕੀਤਾ, ਐਂਡ ਵਰਡ ਦੇ ਨਾਲ ਰਾਮ ਔਰ ਸ਼ਾਮ ਨੂੰ ਜੋੜਿਆ। ਸੋ there but and are the examples of conjunctions। so now we will read about types of conjunctions। the first one is coordinative conjunction, second subordinative conjunction, third correlative conjunction। So now we will read about coordinative conjunctions। coordinative conjunctions ਕਿਹੜੀਆਂ ਹੁੰਦੀਆਂ ਹਨ? the conjunctions that join words, phrases or clauses of equal rank। ਭਾਵ ਉਹ ਯੋਜਕ ਜੋ ਦੋ ਸਮਾਨ ਦਰਜੇ ਦੇ ਵਾਕਾਂ ਜਾਂ ਸ਼ਬਦਾਂ ਨੂੰ ਆਪਸ ਵਿੱਚ ਜੋੜਦੇ ਹਨ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? coordinative conjunction। For example, read the sentences। he cannot write, he cannot read। ਉਹ ਲਿਖ ਨਹੀਂ ਸਕਦਾ ਹੈ, ਉਹ ਪੜ੍ਹ ਨਹੀਂ ਸਕਦਾ ਹੈ। so we will combine these sentences with the word or। he cannot write or read। ਉਹ
लिख अते पढ़ नहीं सकता है। In the second example, he had seen this house, उसने इस घर नू देखा। he has decided to buy it, उसने इसनू खरीदन दा फैसला किया। so he has seen this house and has decided to buy it, उसने इस घर नू देखा ਅਤੇ ਇਸ ਨੂੰ ਖਰੀਦਣ ਦਾ ਫੈਸਲਾ ਕੀਤਾ। ਤਾਂ ਕੀ ਕੀਤਾ ਆਪਾਂ ਬੱਚਿਓ, ਦੋ ਅਲੱਗ-ਅਲੱਗ ਸੈਂਟੈਂਸਿਸ ਨੂੰ ਇੱਕ ਵਰਡ ਦੇ ਨਾਲ ਆਪਾਂ ਕੀ ਕੀਤਾ, ਕਨੈਕਟ ਕੀਤਾ, ਜੋੜਿਆ। ਸੋ ਇਨ ਦਾ ਫਸਟ ਕੇਸ ਔਰ ਐਂਡ ਇਨ ਦਾ ਸੈਕੰਡ ਕੇਸ ਐਂਡ is the example of coordinative conjunctions. So here the word for, and, nor, but, or, yet, so are the examples of coordinative conjunctions. Now we will read about second type of conjunction, that is subordinative conjunctions. These conjunctions joins the subordinate clause to the principal clause. ਉਹ ਯੋਜਕ ਜੋ ਅਧੀਨ ਵਾਕਾਂ ਨੂੰ ਮੁੱਖ ਵਾਕਾਂ ਨਾਲ ਜੋੜਨ। ਤਾਂ ਦੇਖੋ ਬੱਚਿਓ, ਕਈ ਵਾਰ ਕੀ ਹੁੰਦਾ ਹੈ, ਆਪਣੇ ਕੋਲ ਦੋ ਸੈਂਟੈਂਸਿਸ ਹੁੰਦੇ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਵਾਕ ਦਾ ਮਤਲਬ ਜੋ ਹੈ ਉਹ ਦੂਸਰੇ ਵਾਕ ਦੇ ਉੱਤੇ ਨਿਰਭਰ ਕਰਦਾ ਹੁੰਦਾ ਹੈ। ਸੋ ਜਿਹੜੇ ਵਾਕ ਦਾ ਮੀਨਿੰਗ ਦੂਸਰੇ ਵਾਕ 'ਤੇ ਨਿਰਭਰ ਕਰਦਾ ਹੈ ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਸਬੋਰਡੀਨੇਟ ਕਲੌਜ਼। ਐਂਡ ਜਿਹੜਾ ਮੁੱਖ ਵਾਕ ਹੈ ਜਿਸ ਦੇ ਨਾਲ ਉਹ ਵਾਕ ਦਾ ਮਤਲਬ ਜੋ ਪੂਰਾ ਹੁੰਦਾ ਹੈ ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਪ੍ਰਿੰਸੀਪਲ ਕਲੌਜ਼। ਔਰ ਜੋ ਵਰਡ ਪ੍ਰਿੰਸੀਪਲ ਔਰ ਸਬੋਰਡੀਨੇਟ ਕਲੌਜ਼ ਨੂੰ ਜੋੜਦਾ ਹੈ ਉਸ ਨੂੰ ਅਸੀਂ ਕੀ ਕਹਿੰਦੇ ਹਾਂ, ਸਬੋਰਡੀਨੇਟਿਵ ਕੰਜੰਕਸ਼ਨਸ। For examples, read these sentences. Let us go home, it is getting dark. So let us go home as it's getting dark. आओ घर चलिए क्योंकि हनेरा हो रहा है। तो देखो बच्चों, पहला किसी के दो सेंटेंस अलग अलग, लेट अस गो होम आओ घर चलिए, इट इज़ गेटिंग डार्क हनेरा हो रहा है। तो उसनू आपां की कीता, एज वर्ड दे नाल कनैक्ट किया, उसनू जोड़िया। एंड इन द सेकंड केस, इट वॉज क्वाइट कोल्ड शी डिड नॉट लाइट फायर। इट वॉज क्वाइट कोल्ड बहुत ठंड सी, शी डिड नॉट लाइट फायर उसने अग नहीं जलाई। तो ये दोनों की हन अलग अलग सेंटेंस हैं और आप इन्हों जोड़ना है। तो किस तरह जोड़िया, ऑल्दो इट वॉज क्वाइट कोल्ड, भावें बहुत ज़्यादा ठंड सी, येट शी डिड नॉट लाइट अ फायर फिर भी उसने अग नहीं जलाई। Thus we can say that the word so that, then, that, though, till, unless, until, when, whenever, where, and after, as long as, because, before, even if only, now that, rather than, since are the examples of subordinate clauses, conjunctions. So now we will read about the third type, that is called relative conjunctions. The conjunctions that are seen to occur in pairs, ਉਹ ਯੋਜਕ ਜੋ ਜੋੜਿਆਂ ਦੇ ਰੂਪ ਵਿੱਚ ਪਾਏ ਜਾਂਦੇ ਹਨ ਉਹਨਾਂ ਨੂੰ ਅਸੀਂ ਕਿਹੜੇ ਕੰਜੰਕਸ਼ਨਸ ਕਹਿੰਦੇ ਹਾਂ, called relative conjunctions. So now take some examples. Read these sentences. Suresh is not going to Delhi. Ramesh is not going to Delhi. सुरेश दिल्ली नहीं जा रहा है, रमेश दिल्ली नहीं जा रहा है। तो आपां इन्हां दोनों सेंटेंसिस नू किस तरह जोड़ांगे, लेट्स सी। Neither सुरेश nor रमेश is going to Delhi. ना तां सुरेश ते ना ही रमेश दिल्ली जा रहे हन। So now read the second sentence. I am a teacher, I am an author. मैं एक अध्यापक हाँ, मैं एक लिखारी हाँ। तो किस तरह जोड़ांगे, I am both a teacher and an author. मैं एक अध्यापक अते लिखारी हाँ। In third,
सीता प्लेज चेस, सीता चेस खेडदी है. सीता प्लेज क्रिकेट, सीता क्रिकेट खेडदी है. So our answer is सीता plays either chess or cricket. सीता ਜਾਂ ਤਾਂ chess ਖੇਡਦੀ ਹੈ ਜਾਂ cricket. So ਤਾਂ ਬੱਚਿਓ ਅਸੀਂ ਕਿਸ ਤਰ੍ਹਾਂ ਇਹਨਾਂ sentences ਨੂੰ ਜੋੜਿਆ. ਜਾਂ ਤਾਂ word neither nor, ਦੂਸਰੇ ਵਾਕ ਵਿੱਚ both or and third sentence ਵਿੱਚ either or ਦੇ ਨਾਲ. ਤਾਂ ਦੇਖੋ ਇਹ ਸਾਰੇ ਜੋ ਆਪਣੇ ਕਨੈਕਟਰਸ ਹਨ ਉਹ ਕਿਹੜੇ ਰੂਪ 'ਚ ਆਏ, ਜੋੜਿਆਂ ਦੇ ਰੂਪ ਵਿੱਚ. Thus we can say that either or, neither nor, not only but also, though yet, both and, such as, so that, no sooner than, whether or, hardly when are the examples of correlative conjunctions. So I hope you all understood about the topic conjunctions. Now do exercise from your grammar book. Thanks. Have a nice day.